ਪੇਸ਼ ਹੈ ਬਲਵਿੰਦਰ ਕੌਰ ਬਰਾੜ ਦੀ ਕਹਾਣੀ ਰੌਲਾ ਸਹੇ ਦਾ ਨਹੀਂ ਪਹੇ ਦਾ। ਅੱਜ ਤਾਂ ਹੱਦ ਹੀ ਹੋ ਗਈ ਜਦ ਮੇਰੇ ਪੁੱਤ ਨੇ ਮੈਨੂੰ ਗੁਆਂਢੀਆਂ ਦੀ ਕੰਧ ਨਾਲ ਕੰਨ ਲਾ ਕੇ ਗੱਲ ਸੁਣਦੀ ਨੂੰ ਰੰਗੇ ਹੱਥੀਂ ਫੜ ਲਿਆ। ਉਹ ਤਾਂ ਬਾਲਾ ਹੀ ਲਾਲ ਪੀਲਾ ਹੋਵੇ। ਮਾਂ, ਤੁਸੀਂ ਕੀ ਲੈਣਾ ਕਿਸੇ ਦੀਆਂ ਗੱਲਾਂ ਤੋਂ? ਉਹ ਇੰਗਲਿਸ਼ 'ਚ ਸਾਰਾ ਦਿਨ ਕੁੱਤੇ ਭਕਾਈ ਮਾਰੀ ਜਾਂਦੀ ਹੈ। ਅੱਧੀ ਕਮਲੀ, ਤੁਸੀਂ ਐਵੇਂ ਉਹਦਾ ਫਿਕਰ ਲਈ ਰੱਖਦੇ ਹੋ। ਆਪਦੀ ਤਾਂ ਤਾਣੀ ਨਹੀਂ ਸੁਲਝਦੀ, ਲੋਕਾਂ ਦੀਆਂ ਵਾਧੂ ਸਹੇੜੀ ਜਾਓ। ਮੈਂ ਕਿਹਾ, ਮੈਨੂੰ ਗਵਾਂਢਣ ਗੋਰੀ ਰੋਂਦੀ ਲੱਗਦੀ ਸੀ। ਮੈਂ ਕਿਹਾ ਕਿਸੇ ਨਾਲ ਦੁੱਖ ਸੁੱਖ ਕਰਕੇ ਮਨ ਹੌਲਾ ਕਰਦੀ ਹੋਣੀ। ਮੁੰਡਾ ਹੋਰ ਹਰਖ ਗਿਆ। ਫੇਰ ਜੇ ਰੋਂਦੀ ਹੈ ਤਾਂ ਆਪਾਂ ਕੀ ਕਰ ਲਾਂਗੇ? ਅਗਲੀ ਕਹੂ ਮੇਰੀ ਪ੍ਰਾਈਵੇਸੀ ਹੈ, ਫੇਰ ਚੰਗੇ ਰਹੋਗੇ। ਮੈਂ 4 ਕਤੱਤੀਆਂ ਠੰਡੀਆਂ ਖਵਾ ਕੇ ਆਪਣੇ ਕੰਮ ਜਾ ਲੱਗੀ, ਪਰ ਮੇਰੇ ਅੰਦਰ ਗਵਾਂਢਣ ਤੇ ਰੋਣ ਵਰਗਾ ਸ਼ੱਕ ਪਲਦਾ ਰਿਹਾ। ਵਿਚਾਰੀ ਆਪੇ ਰੋ ਕੇ ਆਪੇ ਚੁੱਪ ਕਰ ਜਾਂਦੀ ਹੋਣੀ। ਅਸਲ ਵਿੱਚ ਇਹ ਸਾਡਾ ਨਵਾਂ ਗਵਾਂਢ ਪਿਆ ਸੀ। ਕੈਲਗਰੀ ਵਿੱਚ ਜਦੋਂ ਮੇਰੇ ਬੱਚਿਆਂ ਨੇ ਨਵੀਂ ਥਾਂ ਘਰ ਬਦਲਣ ਦੀ ਗੱਲ ਤੋਰੀ ਤਾਂ ਮੈਨੂੰ ਹੋਰੂ ਜਿਹਾ ਲੱਗਿਆ। ਪੰਜਾਬ ਤੋਂ ਆ ਕੇ ਮਸਾਂ ਇੱਕ ਘਰ ਨਾਲ ਮੋਹ ਜਿਹਾ ਪਿਆ ਸੀ। ਆਲੇ ਦੁਆਲੇ ਵੱਸਦੇ ਲੋਕਾਂ ਨਾਲ ਜਾਂ ਉਸ ਘਰ ਨੂੰ ਆਉਂਦੇ ਰਾਹ ਨਾਲ ਇੱਕ ਮੇਰ ਜਿਹੀ ਪਲਣ ਲੱਗੀ ਸੀ। ਪੁਰਾਣੇ ਘਰ ਦੇ ਹੱਥੀਂ ਪਾਲੇ ਬੂਟੇ ਝਾੜੀਆਂ ਮੈਨੂੰ ਬੱਚਿਆਂ ਵਾਂਗ ਹੀ ਲੱਗਦੇ ਸੀ। ਹੁਣ ਫੇਰ ਨਵੇਂ ਸਿਰੇ ਤੋਂ ਨਵੀਂ ਮੁਲਾਜ਼ੇਦਾਰੀ ਪਾਉਣ ਦੀ ਥੋੜ੍ਹੀ ਝਿਜਕ ਜਿਹੀ ਸੀ। ਆਂਢ ਗੁਆਂਢ ਵਸਦੇ ਲੋਕਾਂ ਬਾਰੇ ਬਿੜਕ ਰੱਖਣ ਦੀ ਜਿਵੇਂ ਮੈਨੂੰ ਉੱਬਲ ਸੁੱਬਲੀ ਜਿਹੀ ਲੱਗੀ ਹੋਈ ਸੀ। ਕਿਸੇ ਘਰ ਤਾਰ ਉੱਤੇ ਸੁੱਕਣੇ ਪਾਏ ਕੱਪੜਿਆਂ ਵਿੱਚ ਜੇ ਸਲਵਾਰ ਕਮੀਜ਼ ਸੁੱਕ ਰਹੀ ਦੇਖਦੀ ਤਾਂ ਉਸ ਘਰ ਵਿੱਚ ਪੰਜਾਬੀ ਵਸਦੇ ਹੋਣ ਦਾ ਧਰਵਾਸ ਜਿਹਾ ਪਲਦਾ। ਜਾਂ ਕਿਸੇ ਵਿਹੜੇ ਵਿੱਚ ਜੇ ਲੋਕ ਉੱਚੀ ਉੱਚੀ ਗੱਲਾਂ ਕਰਦੇ ਠਹਾਕੇ ਲਗਾਉਂਦੇ ਤਾਂ ਉਸ ਤਰਜ਼ ਵਿੱਚੋਂ ਵੀ ਆਪਣੇਪਣ ਦੀ ਮਹਿਕ ਵਿਖਰਦੀ ਲੱਗਦੀ। ਇਹ ਮੈਨੂੰ ਪਤਾ ਸੀ ਕਿ ਘਰ ਬਦਲਣ ਜਾਂ ਘਰ ਦੀਆਂ ਵਸਤਾਂ ਖਰੀਦਣ ਜਾਂ ਵੇਚਣ ਵਾਲੀ ਮੇਰੀ ਹੁਣ ਖੁਦ ਮੁਖਤਿਆਰੀ ਆਪਣਾ ਵੇਲਾ ਵਿਹਾ ਚੁੱਕੀ ਸੀ। ਮੈਂ ਆਪਣੇ ਵੇਲਿਆਂ ਵਿੱਚ ਆਪਣਾ ਸਾਰਾ ਘਰ-ਬਾਰ ਇਕੱਲਿਆਂ ਹੀ ਆਪਣੀ ਮਨਸ਼ਾ ਅਨੁਸਾਰ ਵਿਉਂਤਿਆ, ਵਰਤਿਆ ਅਤੇ ਹੰਢਾਇਆ ਸੀ। ਪਰ ਹੁਣ ਘਰ ਤੋਰਨ ਦੀ ਵਾਰੀ ਬੱਚਿਆਂ ਹੱਥ ਆ ਗਈ ਹੈ। ਇਹਨਾਂ ਸਭ ਫੈਸਲਿਆਂ ਤੋਂ ਪਾਸੇ ਸਰਕਣਾ ਜਾਂ ਖਾਰਜ ਹੋ ਜਾਣਾ ਔਖਾ ਤਾਂ ਹੈ ਹੀ ਸੀ। ਉਹ ਜਦੋਂ ਘਰ ਵਿੱਚ ਲਗਾਏ ਜਾਣ ਵਾਲੇ ਪਰਦਿਆਂ ਦੀ ਗੱਲ ਕਰਦੇ ਜਾਂ ਨਵੀਂ ਵਸਤ ਖਰੀਦ ਕੇ ਪੁਰਾਣੀ ਨੂੰ ਬਾਹਰ ਕਰਨ ਦੀ ਗੱਲ ਤੋਰਦੀ ਤਾਂ ਮੇਰੇ ਕਾਲਜੇ ਨੂੰ ਵਲੇਟ ਚੜ੍ਹਦੀ। ਪੁਰਾਣੀ ਚੀਜ਼ ਦਾ ਕਿਰਦਾ ਮੁੱਲ ਜਾਂ ਇਹਨਾਂ ਸਭ ਅੰਦਰੋਂ ਖੁਰ ਰਿਹਾ ਮੋਹ ਮੈਨੂੰ ਆਪਣੇ ਵੀ ਪੁਰਾਣੇ ਹੋ ਜਾਣ ਦਾ ਅਹਿਸਾਸ ਭਰਦਾ, ਇੱਕ ਅਜੀਬ ਸਹਿਮ ਜਿਹਾ ਪੈਦਾ ਕਰਦਾ। ਪਰ ਇਹਨਾਂ ਬੱਚਿਆਂ ਦੀ ਖੁਸ਼ੀ ਨਾਲ ਹੀ ਆਪਣੀ ਖੁਸ਼ੀ ਰਲਾ ਲੈਣ ਵਿੱਚ ਹੀ ਬਿਹਤਰੀ ਸੀ। ਮੈਂ ਆਪਣੇ ਮਨ ਨੂੰ ਸਮਝਾਉਂਦੀ, ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਮੈਂ ਕਿਤੋਂ ਪੜ੍ਹਿਆ ਸੀ, ਬੁੱਲਾ ਉਸ ਸਮੇਂ ਪਨੀਰੀ ਲਾ ਰਿਹਾ ਸੀ। ਜਿਵੇਂ ਪਨੀਰੀ ਆਪਣਾ ਥਾਂ ਬਦਲ ਕੇ ਵੱਧ ਜਾਂਦੀ ਹੈ, ਸ਼ਾਇਦ ਇਹ ਮਨ ਵੀ ਬਦਲ ਜਾਂਦਾ ਹੋਵੇ। ਬਸ ਇੰਨੀ ਕੁ ਹੀ ਤਾਂ ਗੱਲ ਸੀ। ਕਈ ਵਾਰ ਹੋ ਰਹੇ ਫੈਸਲੇ ਵਿੱਚ ਮੇਰੀ ਦਿੱਤੀ ਸਲਾਹ ਅਣਗੌਲੀ ਕਰਕੇ ਕਿਹਾ ਜਾਂਦਾ, ਮਾਂ ਤੈਨੂੰ ਨਹੀਂ ਪਤਾ ਇੱਥੋਂ ਦਾ। ਇਹ ਸੁਣ ਕੇ ਮੈਂ ਆਪਣੀ ਸਲਾਹ ਅੰਦਰ ਹੀ ਸਮੇਟ ਲੈਂਦੀ। ਖੈਰ, ਮੈਂ ਬੱਚਿਆਂ ਦੀ ਮਰਜ਼ੀ ਅਨੁਸਾਰ ਗੋਰਿਆਂ ਦੇ ਕਲਚਰ ਵਿੱਚ ਬੱਚੇ ਪਾਲਣ ਦੇ ਬਹੁਤਾ ਹੱਕ ਵਿੱਚ ਨਾ ਵੀ ਹੋਵਾਂ, ਇਸ ਨਾਲ ਫੈਸਲਾ ਤਾਂ ਇਹਨਾਂ ਆਪਣੀ ਸਲਾਹ ਨਾਲ ਹੀ ਕਰਨਾ ਸੀ। ਪਲ ਰਹੇ ਬੱਚਿਆਂ ਦੀ ਮੰਮੀ ਦਾ ਕਹਿਣਾ, ਦੇਸੀ ਲੋਕਾਂ ਵਿੱਚ ਤਾਂ ਇਹ ਦੇਸੀ ਹੀ ਰਹਿ ਜਾਣਗੇ। ਇਸ ਮੂਹਰੇ ਮੇਰੀ ਕੋਈ ਦਲੀਲ ਨਾ ਠਹਿਰੀ। ਅਸੀਂ ਪੁਰਾਣੇ ਘਰ ਤੋਂ ਇਸ ਨਵੇਂ ਘਰ ਵਿੱਚ ਆ ਬਰਾਜੇ। ਹੌਲੀ ਮੈਂ ਆਪਣਾ ਆਲਾ ਦੁਆਲਾ ਘੋਖਦੀ ਨੇ ਇਹ ਥਾਹ ਪਾਈ ਕਿ ਸਾਡੀ ਕੰਧ ਨਾਲ ਦੀ ਗਵਾਂਢਣ ਇੱਕ ਗੋਰੀ ਹੈ ਜੋ ਆਪਣੇ ਪਾਲਤੂ ਕੁੱਤੇ ਨਾਲ ਇਕੱਲੀ ਹੀ ਇਸ ਮਕਾਨ ਵਿੱਚ ਰਹਿ ਰਹੀ ਹੈ। ਉਸ ਦਾ ਇਕੱਲਿਆਂ ਰਹਿਣਾ ਮੈਨੂੰ ਹਜ਼ਮ ਨਹੀਂ ਹੋ ਰਿਹਾ ਸੀ। ਮੈਨੂੰ ਉਸ 'ਤੇ ਰਹਿ ਕੇ ਤਰਸ ਆਈ ਜਾਂਦਾ ਸੀ। ਪਹਿਲਾਂ ਮੈਂ ਸੋਚਿਆ ਇਹਦੇ ਘਰ ਦੇ ਕਿਤੇ ਬਾਹਰ ਘੁੰਮਣ ਗਏ ਹੋਣੇ, ਇਸ ਨੂੰ ਬੁੱਢੀ ਕਰਕੇ ਕੁੱਤੇ ਕੋਲ ਛੱਡ ਗਏ ਹੋਣੇ। ਹੋ ਸਕਦਾ ਹੈ ਇਸ ਦਾ ਘਰ ਵਾਲਾ ਵੀ ਮੇਰੇ ਖਾਵੰਦ ਵਾਂਗ ਜਾਨੋਂ ਕੂਚ ਕਰ ਗਿਆ ਹੋਵੇ। ਹੋ ਸਕਦਾ ਹੈ ਇਹਦੇ ਧੀਆਂ ਪੁੱਤ ਦੂਰ ਦਰਾਡੇ ਟਿਕਾਣਿਆਂ 'ਤੇ ਜਾ ਟਿਕੇ ਹੋਣ। ਇਹ ਸਭ ਸੋਚਦੀ ਮੈਂ ਉਸ ਦੀ ਇਕੱਲੀ ਹੋਂਦ ਨੂੰ ਆਪਣੇ ਅੰਦਰ ਹੰਢਾਉਂਦੀ ਉਕਤੀ ਯਾਦ ਕਰਦੀ, ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਮੇਰਾ ਜੀਅ ਕਰਦਾ ਉਸ ਦੀ ਇਸ ਇਕੱਲਤਾ ਨੂੰ ਭਰਾਂ, ਉਸ ਦਾ ਸਾਥ ਬਣਾ। ਉਹ ਸਵੇਰੇ ਟੌਮੀ ਨੂੰ ਸੈਰ ਕਰਾਉਣ ਲੈ ਕੇ ਜਾਂਦੀ। ਉਸ ਦੇ ਇੱਕ ਹੱਥ ਟੌਮੀ ਦਾ ਗੰਦ ਚੁੱਕਣ ਨੂੰ ਲਿਫਾਫਾ ਹੁੰਦਾ,
ਦੂਜੇ ਹੱਥ ਸੰਗਲੀ ਹੁੰਦੀ। ਮੈਨੂੰ ਲੱਗਦਾ ਇਹ ਆਪਣੇ ਜਵਾਕਾਂ ਦਾ ਤਾਂ ਨਾਲ ਹੀ ਬੰਨੀ ਫਿਰਦੇ ਨੇ, ਪਰ ਕੁੱਤੇ ਦੀ ਸਫਾਈ ਹੱਥ ਨਾਲ ਕਰਦੇ ਨੇ। ਗੋਰੀ ਕੁੱਤੇ ਨਾਲ ਗੱਲਾਂ ਕਰਦੀ ਜਾਂਦੀ। ਇੱਕ ਦਿਨ ਮੈਂ ਕੋਲ ਦੀ ਲੰਘਣ ਲੱਗੀ, ਜਦ ਕੁੱਤਾ ਮੇਰੇ ਵੱਲ ਨੂੰ ਆਲਿਆ, ਮੈਂ ਪਰੇ ਸਰਕ ਗਈ ਸੀ। ਗੋਰੀ ਕੁੱਤੇ ਨੂੰ ਕਹਿ ਰਹੀ ਸੀ, there is nothing for you with this lady। ਮਤਲਬ ਵੀ ਤੇਰੇ ਵਾਸਤੇ ਇਸ ਜਨਾਨੀ ਕੋਲ ਹੈ ਨਹੀਂ ਕੁਛ। ਉਹ ਬੰਦਿਆਂ ਵਾਂਗ ਟੌਮੀ ਨੂੰ ਮਾਈ ਲਵ ਆਖਦੀ। ਮੈਨੂੰ ਲੱਗਦਾ ਇਸ ਗੋਰੀ ਦੇ ਵੱਲੇ ਹੀ ਸ਼ੌਂਕ ਨੇ। ਪਹਿਲਾਂ ਆਪਦੇ ਜਵਾਕਾਂ ਨੂੰ ਘਰੋਂ ਕੱਢ ਦਿੰਦੇ ਨੇ, ਫੇਰ ਆ ਕਤੀੜ ਨਾਲ ਦਿਨ ਕੱਟੀ ਕਰਦੇ ਨੇ। ਕਦੇ ਕਦੇ ਮੈਨੂੰ ਝੋਲਾ ਪੈਂਦਾ, ਉਹ ਦੂਰ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਹੋਣੀ। ਇਸਨੇ ਕੰਨ ਵਿੱਚ ਬਟਨ ਵਰਗਾ ਕੋਈ ਫੋਨ ਲਵਾ ਰੱਖਿਆ ਹੋਣਾ। ਬਟਨ ਫੋਨ ਤੋਂ ਯਾਦ ਆਇਆ, ਬਹੁਤ ਸਾਲ ਹੋਏ ਉਦੋਂ ਮੈਂ ਇਹਨਾਂ ਮੁਲਕਾਂ ਵਿੱਚ ਇੱਕ ਅੱਧੀ ਵਾਰੀ ਆ ਕੇ ਮੁੜੀ ਸੀ। ਇੱਕ ਵਾਰੀ ਨਿਊਯਾਰਕ ਤੋਂ ਵਾਸ਼ਿੰਗਟਨ ਨੂੰ ਰੇਲ ਗੱਡੀ ਵਿੱਚ ਗਈ ਸੀ। ਇੰਨਾ ਖੂਬਸੂਰਤ ਸਫ਼ਰ ਕਰਨ ਦਾ ਸਬੱਬ ਹੱਥ ਲੱਗਾ ਸੀ। ਮੈਂ ਸ਼ੀਸ਼ੇ ਨਾਲ ਲੱਗ ਕੇ ਬਾਹਰਲਾ ਨਜ਼ਾਰਾ ਵੇਖ ਵੇਖ ਖੁਸ਼ ਹੋ ਰਹੀ ਸੀ। ਇੰਨੇ ਨੂੰ ਮੇਰੇ ਨਾਲ ਖਾਲੀ ਪਈ ਸੀਟ 'ਤੇ ਇੱਕ ਗੋਰਾ ਆ ਬੈਠਾ। ਆਪਣਾ ਸਮਾਨ ਸਲੀਕੇ ਨਾਲ ਟਿਕਾ ਕੇ ਉਹ ਪਹਿਲਾਂ ਆਲਾ ਦੁਆਲਾ ਦੇਖਦਾ ਚੁੱਪ ਰਿਹਾ, ਪਰ ਥੋੜ੍ਹੇ ਚਿਰ ਪਿੱਛੋਂ ਉਹ ਆਪਣੇ ਆਪ ਨਾਲ ਬੋਲਣ ਲੱਗਿਆ। ਮੈਨੂੰ ਇਉਂ ਇਕੱਲਾ ਹੀ ਬੋਲਦਾ ਕਮਲਾ ਲੱਗ ਰਿਹਾ ਸੀ। ਮੈਂ ਜੋ ਬਾਹਰ ਝਾਕਦੀ ਖੁਸ਼ ਹੋ ਰਹੀ ਸੀ, ਹੁਣ ਉਸ ਕਮਲੇ ਦੀਆਂ ਹਰਕਤਾਂ ਉੱਤੇ ਗੌਰ ਕਰਨ ਲੱਗੀ। ਕੁਝ ਚਿਰ ਬਾਅਦ ਗੱਡੀ ਕਿਸੇ ਸਟੇਸ਼ਨ ਉੱਤੇ ਰੁਕੀ ਤਾਂ ਉਹ ਕਹਿ ਰਿਹਾ ਸੀ, I am in Baltimore and will be there in 15 minutes। ਮਤਲਬ ਵੀ ਮੈਂ ਬਾਲਟੀਮੋਰ 'ਚ ਹਾਂ ਅਤੇ 15 ਮਿੰਟਾਂ ਤੱਕ ਪੜ ਜਾਵਾਂਗਾ। ਜਦ ਮੈਂ ਬਾਹਰ ਸਟੇਸ਼ਨ ਫੱਟੇ 'ਤੇ ਲਿਖਿਆ ਪੜ੍ਹਿਆ ਤਾਂ ਨਾਮ ਉਹੀ ਸੀ ਜੋ ਬੋਲ ਰਿਹਾ ਸੀ। ਫਿਰ ਮੈਂ ਧਿਆਨ ਨਾਲ ਉਸਦੇ ਕੰਨਾਂ ਵਿੱਚ ਲੱਗੇ ਬਟਨ 'ਚ ਦੇਖੇ ਜੋ ਉਸਦੇ ਪਟਿਆਂ ਹੇਠ ਲੁਕੇ ਹੋਏ ਸਨ। ਇਸ ਬਾਰੇ ਜਦੋਂ ਮੈਂ ਪੰਜਾਬ ਜਾ ਕੇ ਅੱਖੀਂ ਡਿੱਠਾ ਕਿੱਸਾ ਕੀਤਾ ਤਾਂ ਸਭ ਹੈਰਾਨ ਹੋ ਰਹੇ ਸਨ, ਜਿਵੇਂ ਮੈਂ ਕੋਈ ਪਰੀ ਕਥਾ ਸੁਣਾ ਰਹੀ ਹੋਵਾਂ। ਮੈਂ ਦੱਸਿਆ ਮੈਨੂੰ ਵੀ ਇਹ ਕੌਤਕ ਹੀ ਲੱਗਾ ਸੀ। ਹੁਣ ਇਸ ਗੋਰੀ ਨੂੰ ਵੀ ਆਪ ਮੁਹਾਰੇ ਬੋਲਦੇ ਦੇਖ ਮੈਨੂੰ ਇਸ ਦੇ ਕੰਨ 'ਚ ਵੀ ਉਹੀ ਬਟਨ ਵਰਗਾ ਫੋਨ ਹੋਣ ਦਾ ਸ਼ੱਕ ਹੁੰਦਾ, ਪਰ ਮੈਂ ਉਚੇਚਾ ਧਿਆਨ ਦਿੰਦੀ। ਮੈਨੂੰ ਕੁਛ ਨਾ ਲੱਭਦਾ। ਉਹ ਬਾਹਰ ਫੁੱਲਾਂ ਦੀ ਕਿਆਰੀ ਕੋਲ ਬੈਠੀ ਫੁੱਲਾਂ ਨਾਲ ਵੀ ਬੰਦਿਆਂ ਵਾਂਗ ਹੀ ਗੱਲ ਕਰਦੀ। ਮੈਨੂੰ ਓਪਰੀ ਜਿਹੀ ਲੱਗਦੀ। ਉਹ ਟੌਮੀ ਨੂੰ ਮਾਈ ਡੀਅਰ ਟੌਮੀ ਕਹਿ ਕੇ ਹਾਕ ਮਾਰਦੀ। ਉਸਦਾ ਸਾਰਾ ਦੁੱਖ ਸੁੱਖ ਬਸ ਇਸੇ ਟੌਮੀ ਨਾਲ ਹੀ ਹੁੰਦਾ। ਕਦੇ ਕਦੇ ਮੈਂ ਸੁਣਿਆ ਉਹ ਕੋਲ ਬੈਠੇ ਟੌਮੀ ਨਾਲ ਗੱਲ ਕਰਦੀ, ਟੌਮੀ ਡੂ ਯੂ ਨੋ ਆਈ ਹੈਵ ਟੂ ਕੁੱਕ ਯੈਟ। ਟੌਮੀ ਤੈਨੂੰ ਪਤਾ ਹੈ ਹਾਲੇ ਮੈਂ ਖਾਣਾ ਪਕਾਉਣਾ ਹੈ। ਕੁੱਤੇ ਨਾਲ ਹੀ ਗੱਲ ਕਰਕੇ ਸਾਰਦੀ। ਉਹ ਮੈਨੂੰ ਹੋਰ ਵੀ ਵਿਚਾਰੀ ਜਿਹੀ ਲੱਗਦੀ। ਇਉਂ ਹੀ ਇੱਕ ਵਾਰੀ ਸਾਡੀ ਸਾਰੀ ਗਲੀ ਦੇ ਲੋਕ ਕਿਸੇ ਤਿਉਹਾਰ ਉੱਤੇ ਇਕੱਠੇ ਹੋਏ। ਉਹ ਮੇਰੇ ਨਾਲ ਦੀ ਸੀਟ 'ਤੇ ਆ ਬੈਠੀ। ਮੈਨੂੰ ਚੰਗਾ ਚੰਗਾ ਲੱਗਿਆ ਕਿ ਅੱਜ ਮੈਂ ਉਸ ਨਾਲ ਮਾੜਾ ਮੋਟਾ ਸਹੇਲਪਣਾ ਪਾ ਲੈਣਾ। ਉਹ ਟੌਮੀ ਨੂੰ ਪੈਰਾਂ 'ਚ ਬਿਠਾ ਕੇ ਜਿਉਂ ਲੱਗੀ ਉਹਦੇ ਬਾਰੇ ਬੋਲਣ, ਹੀ ਇਜ਼ ਵੈਰੀ ਫਰੈਂਡਲੀ, ਬਈ ਇਹ ਪੂਰਾ ਦੋਸਤਾਨਾ ਹੈ। ਮੈਨੂੰ ਉਸ ਦੀਆਂ ਅਜਿਹੀਆਂ ਗੱਲਾਂ ਵਿੱਚ ਕੋਈ ਰੁਚੀ ਨਹੀਂ ਸੀ। ਦੂਰ ਖੜੀ ਇੱਕ ਪੰਜਾਬਣ ਹੱਸੀ ਜਾਵੇ, ਮੈਨੂੰ ਛੇੜੀ ਜਾਵੇ। ਹੁਣ ਦੇਖੀ ਕੁੱਤੇ ਦੀ ਸਾਰੀ ਹਿਸਟਰੀ ਜੋਗਰਾਫੀ ਤੈਨੂੰ ਸੁਣਨੀ ਪਊ। ਇਹ ਕਿੰਨੀ ਉਮਰ ਦਾ ਹੈ, ਇਹਦਾ ਭਾਰ ਕਿੰਨਾ ਹੋ ਗਿਆ, ਇਹ ਖਾਣਾ ਕਿਹੜਾ ਪਸੰਦ ਕਰਦਾ ਹੈ। ਮੈਂ ਪਰੇ ਖਿਸਕ ਜਾਣ ਵਿੱਚ ਹੀ ਭਲਾਈ ਸਮਝੀ। ਘਰ ਆ ਕੇ ਮੈਂ ਸਾਰੀ ਹੋਈ ਬੀਤੀ ਬੱਚਿਆਂ ਕੋਲ ਢੇਰੀ ਕੀਤੀ। ਉਹ ਸਾਰੇ ਗੋਰੀ ਉੱਤੇ ਹੱਸੀ ਜਾਣ। ਮੇਰਾ ਮੁੰਡਾ ਆਖੀ ਜਾਵੇ, ਬਈ ਬਹੁਤ ਬੋਲਦੀ ਹੈ, ਸਾਰੀ ਗਲੀ ਦੀ ਅੰਗਰੇਜ਼ੀ ਮੁਕਾਤੀ ਕੱਲੀ ਨੇ। ਲੱਕੀ ਕਹਿੰਦਾ ਮੇਰਾ ਤਾਂ ਗਲਾ ਦੁਖਣ ਲੱਗ ਪਿਆ ਅੰਗਰੇਜ਼ੀ 'ਚ ਭਕਾਈ ਮਾਰ ਕੇ। ਪਰ ਮੈਨੂੰ ਹਾਲੇ ਵੀ ਉਸ ਦੇ ਇਉਂ ਖੁੱਲ੍ਹ ਕੇ ਬੋਲੀ ਜਾਣ ਪਿੱਛੇ ਜਾਂ ਬਸ ਕੁੱਤੇ ਦੀਆਂ ਹੀ ਗੱਲਾਂ ਕਰੀ ਜਾਣ ਪਿੱਛੇ ਉਸ ਦੀ ਇਕੱਲਤਾ ਹੀ ਕਾਰਨ ਲੱਗ ਰਹੀ ਸੀ। ਪਤਾ ਨਹੀਂ ਗੱਲਾਂ ਕਰਨ ਦੇ ਕਿੰਨੇ ਅੰਬਾਰ ਉਸ ਦੇ ਸੀਨੇ ਉੱਤੇ ਉਸਰ ਜਾਂਦੇ ਹੋਣੇ। ਜਦ ਪੂਰਾ ਦਿਨ ਕਿਸੇ ਨਾਲ ਵੀ ਬਿਨਾਂ ਗੱਲ ਕੀਤਿਆਂ ਲੰਘ ਜਾਂਦਾ ਹੋਣਾ। ਉਸ ਦੇ ਉਹ ਇਕੱਲੀ ਹੋਣ ਬਾਰੇ ਮੈਂ ਆਪਣੇ ਬੱਚਿਆਂ ਕੋਲ ਜੇ ਝੋਰਾ ਕਰਦੀ, ਲੈ ਵਿਚਾਰੀ ਇਕੱਲੀ ਕੰਧਾਂ ਕੌਲਿਆਂ 'ਚ ਡੱਕ ਡੱਕ ਵੱਜਦੀ ਫਿਰਦੀ ਹੈ, ਕੋਈ ਜੀ ਪਰਿੰਦਾ ਨਹੀਂ ਹੈ ਕੋਲ। ਮੇਰੇ ਬੱਚੇ ਬੜੀ ਬੇਰੁਖੀ ਨਾਲ ਆਖਦੇ, ਇੱਥੇ ਤਾਂ ਬਹੁਤੇ ਬਜ਼ੁਰਗ ਆਈ ਰਹਿੰਦੇ ਨੇ, ਆਪਾਂ ਕੀ ਲੈਣਾ, ਇਕੱਲੀ ਰਹੇ ਚਾਹੇ 50 ਨਾਲ ਰਹੇ, ਤੁਸੀਂ ਕਿਉਂ ਬੜਕਾਂ ਭੰਨਦੇ ਹੋ। ਉਹੀ ਦੇਸੀ ਆਦਤ, ਕਿਸੇ ਘਰ ਪਤੀਲੇ 'ਚ ਕੜਛੀ ਫਿਰਦੀ ਤੋਂ ਅਨੁਮਾਨ ਲਾਉਣ ਦੀ ਹਾਲੇ ਗਈ ਨਹੀਂ ਤੁਹਾਡੀ। ਬੱਚਿਆਂ ਦਾ ਅਜਿਹਾ ਨਰਮੋਹਾ ਜਵਾਬ ਸੁਣ ਕੇ ਮੈਂ ਹੋਰ ਉਦਾਸ ਹੋ ਜਾਂਦੀ। ਆਪਣੀਆਂ ਹੀ ਸੋਚਾਂ ਵਿੱਚ ਰੁੱਝੇ ਇਹਨਾਂ ਸਭ ਨੂੰ ਹੋਰਨਾਂ ਉੱਤੇ ਚੜ੍ਹੀ ਲੱਥੀ ਦਾ ਕੋਈ ਅਸਰ ਨਾ ਹੁੰਦਾ ਦੇਖ ਕੇ ਮੈਨੂੰ ਚਿਤਵਣੀ ਲੱਗ ਜਾਂਦੀ।
ਗੋਰੀ ਦੀ ਥਾਂ ਉੱਤੇ ਮੈਂ ਆਪ ਖੜ ਖੜ ਕੇ ਸਹਿਮ ਜਾਂਦੀ। ਸਾਡੀ ਬੀਹੀ ਦੀਆਂ ਕਈ ਪੰਜਾਬਣਾਂ ਉਸ ਨੂੰ ਸਿੱਧਰੀ ਆਖਦੀਆਂ, ਪਰ ਮੈਨੂੰ ਉਸ ਅੰਦਰ ਵਿਸ਼ਿਆ ਮਾਰੂ ਥਲ ਨਜ਼ਰ ਆਉਂਦਾ। ਜਿੱਥੇ ਕਿਤੇ ਸਾਥ ਲਈ ਤਰਸਦੀਆਂ ਉਸ ਦੀਆਂ ਸਦਰਾਂ ਪਿਆਸੀਆਂ ਹੀ ਭਟਕ ਰਹੀਆਂ ਹੋਣੀਆਂ। ਅੱਜ ਇਹ ਸਭ ਗੋਰੀ ਨੂੰ ਆਖਦੇ ਨੇ, ਅਸੀਂ ਕੀ ਲੈਣਾ, ਕੱਲ੍ਹ ਨੂੰ ਇਹੀ ਰਵੱਈਆ ਮੇਰੇ ਲਈ ਵੀ ਤਾਂ ਰੱਖ ਸਕਦੇ ਨੇ। ਭਲਾ ਮੈਂ ਕਿਸੇ ਦੀ ਰਿੰਨੀ ਪੱਕੀ ਤੋਂ ਕੀ ਲੈਣਾ। ਮੈਂ ਤਾਂ ਉਸ ਅੰਦਰ ਪਸਰੀ ਕੱਲਤਾ ਨੂੰ ਆਪਣੇ ਅੰਦਰ ਪਸਰੀ ਮਹਿਸੂਸ ਕਰਦੀ ਸੀ, ਜਿਵੇਂ ਉਜਾੜ ਬਿਆਬਾਨ ਵਿੱਚ ਕੋਈ ਕੰਡਿਆਲੀ ਥੋਰ ਕਿਸੇ ਦੀ ਛੋਹ ਨੂੰ ਤਰਸਦੀ ਹੋਵੇ। ਉਸ ਦੀ ਅਜਿਹੀ ਹੋਂਦ ਨੂੰ ਮੈਂ ਆਪਣੀਆਂ ਸੋਚਾਂ ਦੇ ਮੇਚ ਕਰਕੇ ਦੇਖਦੀ ਅੰਦਰੇ ਅੰਦਰ ਝੂਰੀ ਜਾਂਦੀ। ਮੈਨੂੰ ਉਸ ਉੱਤੇ ਅੰਤਾਂ ਦਾ ਤਰਸ ਆਉਂਦਾ। ਵਿਚਾਰੀ ਕਿਵੇਂ ਦਿਨ ਇਕੱਠੀ ਕਰਦੀ ਹੋ। ਕੋਈ ਡੰਡੀ ਜਿੰਨਾ ਬੰਦਾ ਵੀ ਹੁੰਗਾਰਾ ਦੇਣ ਵਾਲਾ ਨਹੀਂ ਆ ਕੋਲ। ਬਿਮਾਰ ਠਮਾਰ ਹੋਈ ਤਾਂ ਪਾਣੀ ਦਾ ਘੁੱਟ ਵੀ ਆਪੇ ਪੀ ਕੇ ਭੁੱਖਣ ਭਾਣੀ ਸੌਂ ਜਾਂਦੀ ਹੋਣੀ। ਸਾਰਾ ਦਿਨ ਬਿਨਾਂ ਬੋਲੇ ਲੰਘਾ ਕੇ ਤਾਂ ਮੂੰਹ ਨੂੰ ਉੱਲੀ ਲੰਘ ਜਾਂਦੀ ਹੈ। ਜਦੋਂ ਕਦੇ ਬੱਦਲ ਗਰਜਦਾ, ਬਿਜਲੀ ਲਿਸ਼ਕਦੀ ਜਾਂ ਬਰਫਾਨੀ ਤੂਫਾਨ ਚੜ੍ਹ ਕੇ ਆਉਂਦਾ, ਦੁਆਲੇ ਛਾਈਆਂ ਕਨਕੋਰ ਘਟਾਵਾਂ ਨਾਲ ਪੂਰਾ ਸਹਿਮ ਪਸਰਦਾ, ਮੈਂ ਉਸ ਦੀ ਥਾਂ ਆਪਣੇ ਆਪ ਨੂੰ ਕਿਆਸਦੀ ਅੰਦਰ ਤੱਕ ਦਹਿਲ ਜਾਂਦੀ। ਕਈ ਵਾਰ ਟਿੱਕੀ ਰਾਤ ਵਿੱਚ ਮੈਨੂੰ ਉਸ ਦੇ ਹੁਬਕੀ ਹੁਬਕੀ ਰੋਣ ਜਿਹੀ ਆਵਾਜ਼ ਦਾ ਝੌਲਾ ਪੈਂਦਾ। ਉਸ ਦੀ ਕੰਧ ਕੋਲ ਖੜ ਕੇ ਉਸ ਦੀ ਗੱਲ ਸੁਣਦੀ, ਉਸ ਦੇ ਅੰਦਰਲੇ ਦੀ ਥਾਹ ਪਾਉਣ ਦੇ ਯਤਨ 'ਤੇ ਹੁੰਦੀ। ਇੱਕ ਭਾਸ਼ਾ ਦਾ ਵਖਰੇਵਾਂ, ਦੂਜੇ ਦੇਸ਼ ਵਿਦੇਸ਼ ਵਿਚਲੀ ਸਭ ਕਾਸੇ ਦੀ ਦੂਰੀ ਮੇਰੇ ਪੱਲੇ ਕਦੇ ਕੱਖ ਨਾ ਪਿਆ। ਮੈਨੂੰ ਇਉਂ ਤਾਕ ਝਾਕ ਕਰਦੀ ਨੂੰ ਦੇਖ ਮੇਰਾ ਮੁੰਡਾ ਹਰਖਦਾ, ਮਾਂ ਕਿਉਂ ਰਾਹ ਜਾਂਦੇ ਦਰਦ ਸਹੇੜੀ ਜਾ ਰਹੇ ਹੋ। ਲੰਘੀ ਜਾਂਦੀ ਬਲਾ ਨੂੰ ਦੁਪਹਿਰਾ ਕੱਟਣ ਦਾ ਸੱਦਾ ਦਿੰਦੀ ਆ ਮਾਂ। ਉਹ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉ ਰਹੀ, ਪੂਰੀ ਖੁਸ਼ ਹੈ। ਇੱਕ ਦਿਨ ਮੈਂ ਕਲੱਬ 'ਚ ਦਾਰੂ ਪੀ ਕੇ ਨੱਚਦੀ ਦੇਖੀ, ਉਹਨੂੰ ਕੋਈ ਦੁੱਖ ਨਹੀਂ, ਤੁਸੀਂ ਨਾ ਝੂਰੀ ਜਾਓ। ਮੇਰੇ ਮੁੰਡੇ ਦੀਆਂ ਗੱਲਾਂ 'ਚ ਮੈਨੂੰ ਦਮ ਲੱਗਿਆ। ਉਸ ਨੂੰ ਕਲੱਬ 'ਚ ਸਹੇਲੀਆਂ ਨਾਲ ਨੱਚਦੀ ਸੁਣ ਕੇ ਵੀ ਵਧੀਆ ਲੱਗਿਆ। ਮੈਂ ਆਪਣੇ ਪੋਤਿਆਂ ਨਾਲ ਸਾਰਾ ਨਿੱਤ ਦੇ ਰੁਝੇਵਿਆਂ ਵਿੱਚ ਰੁੱਝੀ ਕੁਝ ਚਿਰ ਤਾਂ ਭੁੱਲੀ ਰਹੀ। ਇੱਕ ਦਿਨ ਸਵੇਰੇ ਪਾਈਪ ਨਾਲ ਗੋਰੀ ਨੇ ਆਪਣਾ ਮਗਰਲਾ ਬਰਾਂਡਾ ਧੋ ਕੇ ਉੱਥੇ ਮੇਜ਼ ਕੁਰਸੀਆਂ ਲਾਏ। ਮੈਨੂੰ ਲੱਗਿਆ ਅੱਜ ਕੋਈ ਖਾਸ ਮਹਿਮਾਨ ਆਉਣ ਵਾਲੇ ਲੱਗਦੇ ਨੇ। ਉਸ ਨੇ ਮੇਜ਼ ਉੱਪਰ ਖੂਬਸੂਰਤ ਕਢਾਈ ਵਾਲਾ ਮੇਜ਼ਪੋਸ਼ ਵਿਛਾਇਆ। ਸੋਹਣੇ ਸ਼ੋਕ ਸੱਜਰੇ ਫੁੱਲਾਂ ਦਾ ਗੁਲਦਸਤਾ ਮੇਜ਼ ਦੇ ਵਿਚਕਾਰ ਸਜਾਇਆ। ਕੋਲ ਖੁਸ਼ਬੂਦਾਰ ਮੋਮਬੱਤੀ ਬਾਲ ਕੇ ਧਰੀ। ਪਰ ਕੁਝ ਚਿਰ ਪਿੱਛੋਂ ਉਹ ਇੱਕ ਹੱਥ ਵਿੱਚ ਟਰੇ ਸਜਾ ਕੇ ਚਾਹ ਦਾ ਕੱਪ ਤੇ ਬਿਸਕੁਟ ਲੈ ਕੇ ਆਈ। ਪੂਰੇ ਸਜ ਧਜ ਕੇ ਤਿਆਰ ਹੋਈ ਕੁਰਸੀ ਉੱਤੇ ਆ ਬੈਠੀ ਸੀ, ਜਿਵੇਂ ਕਿਸੇ ਹੋਟਲ ਵਿੱਚ ਬੈਠੇ ਹੋਣ ਦਾ ਨਜ਼ਾਰਾ ਲੈ ਰਹੀ ਹੋਵੇ। ਦੂਜੀ ਕੁਰਸੀ ਉੱਤੇ ਟੌਮੀ ਬਿਰਾਜਮਾਨ ਸੀ। ਕਦੇ ਕਦੇ ਮੂੰਹ ਚੱਕ ਕੇ ਕੰਨ ਚੱਕਦਾ, ਉਸ ਵੱਲ ਵੇਖਦਾ, ਫਿਰ ਬੂਥੀ ਹੇਠ ਰੱਖ ਲੈਂਦਾ। ਮੈਨੂੰ ਉਸ ਦੀਆਂ ਇਹ ਸਭ ਅਦਾਵਾਂ ਉੱਤੇ ਹਾਸਾ ਵੀ ਆ ਰਿਹਾ ਸੀ। ਅਜਿਹੀ ਘਟਨਾ ਕਈ ਸਾਲ ਪਹਿਲਾਂ ਵਾਪਰੀ ਮੇਰੇ ਚੇਤੇ ਉੱਤੇ ਤੈਰਨ ਲੱਗੀ। ਬਹੁਤ ਸਾਲ ਹੋਏ ਮੈਂ UK ਆਪਣੀ ਬੇਟੀ ਕੋਲ ਗਈ। ਮੇਰੇ ਦੋਤੇ ਦੇ ਸਕੂਲ ਵਿੱਚ ਸਪੋਰਟਸ ਡੇ ਉੱਤੇ ਮੈਂ ਦੋਤੇ ਨਾਲ ਖੇਡਾਂ ਖੇਡਣ ਲੱਗੀ। ਇਹ ਉਸ ਦੇ ਸਕੂਲ ਦੀਆਂ ਪਹਿਲੀਆਂ ਹੀ ਖੇਡਾਂ ਹੋ ਰਹੀਆਂ ਸਨ। ਰਸਤੇ 'ਚ ਇੱਕ ਬੰਦਾ ਮਿਲਿਆ ਜਿਸ ਨੂੰ ਮੇਰੇ ਦੋਤੇ ਪਰਵਾਜ਼ ਨੇ ਕਿਹਾ, ਹੇ ਜੋਜ਼ਫ, ਮਾਰਨਿੰਗ। ਮੈਨੂੰ ਗੋਡੇ ਗੋਡੇ ਸ਼ਰਮ ਆਈ। ਮੈਂ ਕਿਹਾ, ਤੇਰੇ ਦੋਸਤ ਦਾ ਪਾਪਾ ਹੈ, ਤੂੰ ਨਾਮ ਲਈ ਜਾਂਦਾ ਹੈ, ਅੰਕਲ ਕਹਿ। ਪਰਵਾਜ਼ ਆਖੇ, ਇਹ ਮੇਰਾ ਅੰਕਲ ਨਹੀਂ ਹੈ, ਇਸ ਦਾ ਨਾਮ ਜੋਜ਼ਫ ਹੈ। ਜੋਜ਼ਫ ਨੇ ਇੱਕ ਛਤਰੀ, ਇੱਕ ਕੁਰਸੀ, ਇੱਕ ਥਰਮਸ ਤੇ ਮੋਢੇ ਉੱਤੇ ਇੱਕ ਝੋਲਾ ਲਟਕਾਇਆ ਹੋਇਆ ਸੀ। ਮੈਨੂੰ ਲੱਗਿਆ ਸਕੂਲ ਦੀ ਕੋਈ ਜ਼ਿੰਮੇਵਾਰੀ ਚੁੱਕੀ ਫਿਰਦਾ ਹੋਣਾ। ਪਰ ਪਲੇਗਰਾਊਂਡ ਵਿੱਚ ਜਾ ਕੇ ਉਸਨੇ ਪਹਿਲਾਂ ਛਤਰੀ ਕੱਢੀ, ਹੇਠਾਂ ਕੁਰਸੀ ਡਾਹੀ, ਥਰਮਸ ਵਿੱਚੋਂ ਚਾਹ ਪਾਈ। ਹਾਲੇ ਚੁਸਕੀ ਭਰ ਨਹੀਂ ਲੱਗਾ ਸੀ ਕਿ ਪਹਿਲੀ ਰੇਸ ਮੁੱਕ ਗਈ। ਅਗਲੀ ਰੇਸ ਕਿਤੇ ਹੋਰ ਹੋਣੀ ਸੀ। ਮੈਂ ਤਾਂ ਛਾਲ ਮਾਰ ਕੇ ਅਗਲੀ ਰੇਸ ਵਾਲੇ ਘਾਹ 'ਤੇ ਜਾ ਬੈਠੀ। ਮੇਰਾ ਧਿਆਨ ਉਸ ਜੋਜ਼ਫ ਦੀ ਸਾਰੀ ਕਾਰਵਾਈ 'ਚ ਲੱਗਾ ਰਿਹਾ। ਮੈਨੂੰ ਲੱਗਿਆ ਕਿੱਥੇ ਬੰਝ 'ਤੇ ਚੜ੍ਹਿਆ ਫਿਰਦਾ। ਆਪ ਤਾਂ ਇਸਨੇ ਕੀ ਰੇਸ ਦੇਖਣੀ ਸੀ, ਸਗੋਂ ਮੈਨੂੰ ਵੀ ਦੁੱਬਰ ਕਰਤਾ। ਮੈਂ ਉਸ ਦੀ ਉੱਠਤ ਬੈਠਤ ਦੇਖਾਂ ਕਿ ਦੋਤੇ ਦੀ ਹੋ ਰਹੀ ਰੇਸ ਦੇਖਾਂ। ਗੱਲ ਕਰੋ, ਮੈਂ ਦੋਹਾਂ ਵਿਚਕਾਰ ਉਲਝ ਗਈ। ਜਦ ਮੈਂ ਘਰ ਜਾ ਕੇ ਸਾਰਾ ਹਾਲ ਸੁਣਾਇਆ ਤਾਂ ਮੇਰੀ ਧੀ ਦੱਸ ਰਹੀ ਸੀ, ਇਹ ਗੋਰੇ ਤਾਂ ਇਉਂ ਹੀ ਇੰਜੋਏ ਕਰਨਾ ਆਖਦੇ ਨੇ। ਮੈਨੂੰ ਲੱਗਿਆ ਕੀ ਸੁਆਹ ਇਹ, ਵਾਰ-ਵਾਰ ਲੱਕਾ ਤੁਕਾ ਸਮੇਟਦਾ ਤੇ ਵਖੇਰਦਾ। ਉਹ ਤਾਂ ਮੈਨੂੰ ਕੀੜਿਆਂ ਦੇ ਭੌਣ 'ਤੇ ਬੈਠਾ ਲੱਗਦਾ ਸੀ। ਸਾਡੇ ਪਿੰਡ ਤਾਂ ਜੱਟ ਖੇਤ ਦੀ ਵੱਟ 'ਤੇ ਬਹਿ ਕੇ ਕਹੀ ਉੱਤੇ ਰੋਟੀ ਧਰ ਕੇ ਖਾ ਲੈਂਦੇ ਨੇ। ਹੁਣ ਇਹ ਗੋਰੀ ਵੀ ਚਾਹ ਪੀਣ ਲਈ 100 ਉੱਠਤ ਬੈਠਤ ਕਰਦੀ। ਮੈਨੂੰ ਉਸੇ ਜੋਜ਼ਫ ਦੀ ਭੈਣ ਜੀ ਲੱਗਦੀ ਸੀ।
ਗੋਰੀ ਨੇ ਵੀ ਮੇਰੀ ਸਵੇਰ ਦੀ ਕੀਤੀ ਤਾਕ ਝਾਕ ਉੱਤੇ ਪਾਣੀ ਫੇਰਤਾ ਸੀ। ਮੈਂ ਉਸ ਵੱਲੋਂ ਧਿਆਨ ਹਟਾ ਕੇ ਆਪਣੇ ਹੋਰ ਕੰਮ ਧੰਦੇ ਕਰਨ ਜੁੱਟ ਗਈ ਸੀ। ਇੰਨੇ ਹੀ ਦਿਨਾਂ ਵਿੱਚ ਮੇਰੀ ਸਹੇਲੀ ਸੰਦੀਪ ਦਾ ਫੋਨ ਆਇਆ। ਆਲੇ ਦੁਆਲੇ ਦੀ ਸੁੱਖ ਸਾਂਦ ਪੁੱਛਦੀਆਂ ਦੱਸਦੀਆਂ ਰਹੀਆਂ। ਅਸੀਂ ਦੋਵੇਂ ਹੋਈਆਂ ਬੀਤੀਆਂ ਨੂੰ ਸੱਜਰਾਂ ਕਰ ਰਹੀਆਂ ਸੀ। ਫਿਰ ਮੈਂ ਆਪਣੇ ਘਰ ਬਦਲਣ ਦੀ ਗੱਲ ਕੀਤੀ। ਬੁੱਢੇ ਹੋ ਜਾਣ ਦੀ ਗੱਲ ਤੁਰੀ ਤਾਂ ਮੈਂ ਗਵਾਂਢਣ ਗੋਰੀ ਦੀ ਥੋੜ੍ਹੀ ਜਿਹੀ ਗੱਲ ਕਰਦਿਆਂ ਉਸ ਦੀ ਸੱਸ ਬਾਰੇ ਵੀ ਪੁੱਛ ਲਿਆ। ਮੇਰੇ ਗੱਲ ਤੋਰਨ ਦੀ ਦੇਰ ਸੀ, ਸੰਦੀਪ ਤਾਂ ਉਹਨਾਂ ਦੇ ਗੋਲੇ ਵਾਂਗ ਉੱਧੜਨ ਲੱਗੀ। ਉਹ ਆਪਣੀ ਬਿਰਧ ਸੱਸ ਦੀਆਂ ਬੇਸਿਰ ਪੈਰ ਗੱਲਾਂ ਦੱਸਣ ਲੱਗੀ। ਉਹ ਜਦੋਂ ਤੋਂ ਅਮਰੀਕਾ ਤੋਂ ਲੈ ਕੇ ਆਂਦੀ ਹੈ ਬਸ ਕੰਧਾਂ ਨਾਲ ਹੀ ਗੱਲਾਂ ਕਰੀ ਜਾਂਦੀ ਹੈ। ਕਈ ਵਾਰੀ ਜੱਗੋਂ ਤੁਰਿਆਂ ਨੂੰ ਕੋਲ ਬੈਠੇ ਕਿਆਸ ਕੇ ਅਗਲੀਆਂ ਪਿਛਲੀਆਂ ਕਰੀ ਜਾਂਦੀ ਹੈ। ਸੰਦੀਪ ਨੂੰ ਉਹ ਕਦੇ ਨੂੰਹ ਤੇ ਕਦੇ ਧੀ ਬਣਾ ਲੈਂਦੀ ਹੈ। ਜਦੋਂ ਆਪਣੀ ਸੱਸ ਨੂੰ ਨਹਾ ਕੇ ਸਿਰ ਵਾਹ ਕੇ ਜਾਂ ਕੱਪੜੇ ਬਦਲ ਕੇ ਬਿਠਾ ਦਿੰਦੀ ਹੈ ਤਾਂ ਸੀਸਾਂ ਦੇਣੋਂ ਨਹੀਂ ਹਟਦੀ। ਕਈ ਵਾਰ ਕੋਲ ਗਈ ਨੂੰ ਵੀ ਨਹੀਂ ਸਿਆਣਦੀ। ਸਾਰੀਆਂ ਗੱਲਾਂ ਸਮੇਟਦਿਆਂ ਉਸਨੇ ਕਿਹਾ, ਜਿਹੜੀ ਗੱਲ ਦੱਸਣ ਲਈ ਫੋਨ ਕੀਤਾ ਸੀ ਮੈਂ ਉਹ ਨਾ ਭੁੱਲ ਜਾ। ਅਸੀਂ ਤੇਰੇ ਸ਼ਹਿਰ ਮੇਰੀ ਨਨਾਣ ਦੀ ਕੁੜੀ ਦੇ ਵਿਆਹ 'ਤੇ ਆ ਰਹੇ ਹਾਂ। ਮੈਨੂੰ ਕਈ ਸਾਲ ਬਾਅਦ ਸੰਦੀਪ ਨੂੰ ਮਿਲਣ ਦਾ ਚਾਅ ਪੂਰਾ ਸੀ। ਉਸ ਦਾ ਇਉਂ ਸਬੱਬੀ ਆ ਜਾਣਾ ਮੈਨੂੰ ਵਧੀਆ ਲੱਗ ਰਿਹਾ ਸੀ। ਮੈਂ ਉਸ ਦੀ ਆਓ ਭਗਤ ਲਈ ਵਿਉਂਤਾਂ ਵਿੱਚ ਰੁੱਝ ਗਈ। ਅਸੀਂ ਆ ਰਹੇ ਮਹਿਮਾਨਾਂ ਨੂੰ ਕੀ ਖਵਾਵਾਂਗੇ, ਕਿੱਥੇ ਘੁੰਮਣ ਲੈ ਕੇ ਜਾਵਾਂਗੇ, ਕੀ ਤੋਹਫੇ ਦੇਵਾਂਗੇ, ਬਸ ਇਹੀ ਸਵਾਲ ਮੈਨੂੰ ਘੇਰੀ ਰੱਖਦੇ। ਮੈਂ ਕੈਲੰਡਰ ਦੀਆਂ ਤਰੀਕਾਂ ਵੱਲ ਮਿੱਥੇ ਦਿਨ ਗਿਣਨ ਲੱਗੀ। ਮੈਨੂੰ ਪਿਛਲਾ ਸਭ ਹੋਇਆ ਬੀਤਿਆ ਸੱਜਰਾ ਹੋ ਰਿਹਾ ਸੀ। ਸੰਦੀਪ ਮੇਰੇ ਤੋਂ ਉਮਰ ਵਿੱਚ ਛੋਟੀ ਸੀ। ਜਦ ਮੈਂ ਪਟਿਆਲੇ ਉਸ ਦੇ ਸਹੁਰੇ ਘਰ ਜਾਂਦੀ, ਉਸ ਦੀ ਸੱਸ ਆਪਣੀ ਨੂੰਹ ਨੂੰ ਟੁੱਕ 'ਤੇ ਡੇਲਾ ਹੀ ਜਾਣਦੀ। ਇਸ ਦੇ ਕੀਤੇ ਹਰ ਕੰਮ ਵਿੱਚ ਨਗੋਚਾਂ ਕੱਢਦੀ, ਹਰ ਗੱਲ 'ਤੇ ਨੱਕ ਬੁੱਲ ਕੱਢੀ ਜਾਣਾ ਜਿਵੇਂ ਉਸ ਦਾ ਸ਼ੌਂਕ ਹੀ ਸੀ। ਮੇਰੇ ਕੋਲ ਜਦ ਚੁਗਲੀਆਂ ਕਰਦੀ ਮੈਂ ਅੱਗੋਂ ਤਕਰਾਰ ਕਰਦੀ, ਜੇ ਵੀ ਜੀ ਤੁਹਾਨੂੰ ਕੰਮ ਪਸੰਦ ਨਹੀਂ ਹੁੰਦਾ ਤਾਂ ਆਪ ਕਰ ਲਿਆ ਕਰੋ। ਉਹ ਪੂਰਾ ਹਰਖ ਨਾਲ ਆਖਦੀ, ਫਿਰ ਇਹ ਕਿਸ ਵਾਸਤੇ ਲਿਆਂਦੀ ਹੈ। ਉਸ ਦੀ ਹਿੰਦੀ ਰਲੀ ਪੰਜਾਬੀ ਸਮਝਣ ਵਿੱਚ ਮੈਨੂੰ ਔਖ ਲੱਗਦੀ। ਮੈਨੂੰ ਸੰਦੀਪ ਨੇ ਦੱਸਿਆ ਕਿ ਉਹ ਮੈਨੂੰ ਚੰਗਾ ਨਹੀਂ ਜਾਣਦੀ। ਤੇਰੇ ਪਿੱਛੋਂ ਗੁੱਸੇ ਨਾਲ ਆਖਦੀ ਹੈ, ਕਈ ਜੀਆਂ ਸਖੀਆਂ ਬਣਾ ਛੋੜੀਆਂ, ਬੋਲਣੇ ਕਾ ਪਤਾ ਨਹੀਂ। ਪਰ ਮੈਂ ਉਸਨੂੰ ਘੱਟ ਹੀ ਬੋਲਦੀ। ਅਖੀਰ ਸੰਦੀਪ ਪਰਿਵਾਰ ਸਮੇਤ ਅਮਰੀਕਾ ਆ ਵਸੀ। ਉਸ ਦੀ ਸੱਸ ਲਈ ਘਰੋਂ ਬੇਘਰ ਹੋ ਜਾਣ ਦੀ ਇਹ ਦੂਜੀ ਵਾਰ ਸੀ। ਪਹਿਲਾਂ ਪਾਕਿਸਤਾਨ ਤੋਂ ਤੇ ਹੁਣ ਇੰਡੀਆ ਤੋਂ ਆ ਕੇ ਉਸ ਦੀ ਸੁਰਤ ਟਿਕਾਣੇ ਨਹੀਂ ਰਹੀ ਸੀ। ਉਹ ਦੱਸ ਰਹੀ ਸੀ, ਇੱਕ ਵਾਰੀ ਅਸੀਂ ਕਿਸੇ ਮਹਿਮਾਨ ਨਾਲ ਵਾਈਟ ਹਾਊਸ ਦੇਖਣ ਗਏ। ਮੇਰੀ ਸੱਸ ਕਹੀ ਜਾਵੇ, ਲੈ ਇੱਥੇ ਤਾਂ ਮੇਰੀ ਸ਼ਾਦੀ ਹੋਈ ਥੀ। ਆਲੇ ਦੁਆਲੇ ਫਿਰਦੇ ਪੰਜਾਬੀ ਲੋਕ ਹੱਸਣ। ਅਸੀਂ ਬਹੁਤ ਸ਼ਰਮਿੰਦੇ ਹੋਏ। ਫਿਰ ਲਿੰਕਨ ਦੇ ਬੁੱਤ ਕੋਲ ਜਾ ਕੇ ਕਹੀ ਜਾਵੇ, ਆਹ ਤੇਰਾ ਬਾਬਾ ਬੈਠਾ, ਇਸ ਨੂੰ ਕਹਿ ਘਰ ਚੱਲ, ਕਿੰਨੀ ਦੇਰ ਹੋ ਗਈ, ਘਰ ਹੀ ਨਹੀਂ ਆਇਆ। ਮੈਂ ਸੰਦੀਪ ਨੂੰ ਕਿਹਾ, ਤੇਰੀ ਦਰਾਣੀ ਨਹੀਂ ਸੱਸ ਨੂੰ ਸਾਂਭਦੀ। ਉਹ ਦੱਸ ਰਹੀ ਸੀ, ਉਹ ਤਾਂ ਮੈਨੂੰ ਵੀ ਹੋੜਦੀ ਹੈ। ਕਹਿੰਦੀ ਜਿਹੜੀਆਂ ਇਹਨੇ ਸਾਡੇ ਨਾਲ ਕੀਤੀਆਂ ਨੇ ਹੁਣ ਭਰੇ ਆਪੇ, ਨਾਲੇ ਸਾਰਾ ਪੈਸਾ ਟਕਾ ਤਾਂ ਧੀ ਨੂੰ ਦੇ ਕੇ ਖਾਲੀ ਡਲੀ ਵਰਗੀ ਹੋ ਕੇ ਆ ਗਈ। ਪਰ ਸੰਦੀਪ ਕਹਿ ਰਹੀ ਸੀ ਕਿ ਮੈਂ ਇਉਂ ਨਹੀਂ ਕਰ ਸਕਦੀ। ਪਰ ਸੱਸ ਨੂੰ ਕੁਝ ਵੀ ਯਾਦ ਨਹੀਂ ਸੀ ਤੇ ਪੁਰਾਣਾ ਸਭ ਕੁਝ ਯਾਦ ਸੀ। ਪਾਕਿਸਤਾਨ ਦੇ ਘਰ ਦੀ ਇੱਟ ਯਾਦ ਸੀ। ਕਈ ਵਾਰ ਗੱਲਾਂ ਕਰਦਿਆਂ ਉਹ ਪਿੱਛੇ ਛੱਡੇ ਘਰ ਦਾ ਪੂਰਾ ਨਕਸ਼ਾ ਬਾਹਰ ਹੀ ਲੱਗਦੀ ਦੱਸਦੀ। ਸਾਡੇ ਤਾਂ ਧੁਰੋ ਧੁਰ ਮੇਲਵੀਆਂ ਡਾਟਾਂ ਵਾਲਾ ਵੱਡਾ ਦਰਵਾਜ਼ਾ ਥਾ। ਡੰਗਰਾਂ ਦੀ ਖੁਰਲੀ ਨਾਲ ਲੋਹੇ ਕੇ ਕੁੰਡੇ ਲਗੇ थे। एक बौलद रस्सा जपता था, वो खोल के रात ਨੂੰ ਕੁਤਰ ਕੇ ਰੱਖਿਆ ਚਾਰਾ ਖਾ ਜਾਂਦਾ था। ਇਉਂ ਉਸ ਘਰ ਦੇ ਸਭ ਨਿੱਕੇ ਨਿੱਕੇ ਵੇਰਵੇ ਉਸ ਦੀ ਸਿਮਰਤੀ ਵਿੱਚ ਦਰਜ ਹੋਏ ਲੱਗਦੇ। ਉਹ ਕੱਲੀ ਬੈਠੀ ਇਹਨਾਂ ਯਾਦਾਂ ਨੂੰ ਫਰੋਲਦੀ ਲੱਗਦੀ। ਪਰ ਦੁਆਲੇ ਫਿਰਦੇ ਘਰ ਦੇ ਕਿਸੇ ਚੀਜ਼ ਨੂੰ ਵੀ ਇਹਨਾਂ ਵੇਰਵਿਆਂ ਵਿੱਚ ਰੁਚੀ ਨਹੀਂ ਸੀ। ਖੈਰ ਮੈਂ ਮਿੱਥੇ ਸਮੇਂ ਉੱਤੇ ਉਹਨਾਂ ਦੇ ਦੱਸੇ ਟਿਕਾਣੇ ਉੱਤੇ ਜਾ ਮਿਲੀ। ਮੈਂ ਹਾਲੇ ਸੰਦੀਪ ਨੂੰ ਮਿਲ ਹੀ ਰਹੀ ਸੀ ਕਿ ਉਸ ਦੀ ਸੱਸ ਦੂਰੋਂ ਹੀ ਛੋਲੇ ਕਦਮਾਂ ਨਾਲ ਮੇਰੇ ਵੱਲ ਔੜੀ ਤਪਾਕ ਨਾਲ ਮਿਲਦੀ ਕਹਿ ਰਹੀ ਸੀ, ਲੈ ਅੱਜ ਮਿਲੀ ਹੈ, ਮੈਂ ਕਦ ਕੀ ਯਾਦ ਕਰੀ ਜਾਂਦੀ ਹਾਂ, ਤੇਰੇ ਸਾਥ ਕੋਈ ਗੱਲ ਕਰਨੀ ਥੀ ਜ਼ਰੂਰੀ। ਇਹ ਆਖਦਿਆਂ ਉਹ ਮੈਨੂੰ ਬਾਹੋਂ ਫੜ ਕੇ ਕਮਰੇ ਵੱਲ ਲੈ ਤੁਰੀ। ਅੰਦਰ ਜਾ ਕੇ ਉਸਨੇ ਪੂਰੇ ਮੋਹ ਨਾਲ ਕੋਲ ਬਿਠਾਇਆ ਜਿਵੇਂ ਕੋਈ ਚੋਰੀ ਗੱਲ ਕਰਨੀ ਹੋਵੇ। ਆਲਾ ਦੁਆਲਾ ਤਾੜਦਿਆਂ ਮੇਰੇ ਕੋਲ ਮੂੰਹ ਕਰਕੇ ਹੌਲੀ ਆਵਾਜ਼ ਵਿੱਚ ਉਹ ਮੈਨੂੰ ਦੱਸ ਰਹੀ ਸੀ, ਦੇਖ ਨਿੰਦੀ, ਇਹ ਮੈਨੂੰ ਪਟਿਆਲੇ ਜਾਣੇ ਨਹੀਂ ਦਿੰਦੇ। ਤੂੰ ਸਾਡੇ ਘਰ ਜਾ ਕੇ ਸਾਡੀ ਰਸੋਈ ਕਾ ਜੰਗਲਾ ਤੋੜ ਕੇ ਉੱਥੋਂ ਕੰਧ 'ਚੋਂ ਗਹਿਣੇ ਨਿਕਾਲ ਲੈ, ਜੋ ਆਪਾਂ ਹੁਣ ਸਾਰੇ ਜੇਬਰ ਆਪਸ ਮੇਂ ਵੰਡ ਕੇ ਦੇ ਦੀਏ। ਆ ਮੇਰੀ ਬਹੂ ਸੇਵਾ ਕਰਤੀ ਹੈ, ਇਹਨੂੰ 4 ਤੋਲੇ ਵੱਧ ਦੇ ਦੇਂਗੇ। ਉਸ ਦੀਆਂ ਇਉਂ ਭੇਟ ਭਰੀਆਂ ਗੱਲਾਂ ਦੱਸਣ ਤੋਂ ਮੈਨੂੰ ਸਮਝ ਆ ਗਈ ਸੀ ਕਿ ਉਹ ਮੈਨੂੰ ਆਪਣੀ ਛੋਟੀ ਭੈਣ ਜਾਣ ਕੇ ਆਪਣਾ ਰਾਜ ਦੱਸ ਰਹੀ ਸੀ।
ਮੈਂ ਅੱਛਾ ਅੱਛਾ ਆਖ ਕੇ ਸਾਰ ਰਹੀ ਸੀ। ਉਸ ਦੀਆਂ ਬਹੁਤੀਆਂ ਗੱਲਾਂ ਮੇਰੀ ਸਮਝ ਤੋਂ ਪਾਰ ਹੀ ਸਨ। ਇਹ ਤਾਂ ਮੈਨੂੰ ਪਤਾ ਸੀ ਕਿ ਉਸ ਦੀਆਂ ਸੋਚਾਂ ਵਿੱਚ ਘਰ ਜਾਂ ਥਾਵਾਂ ਦੀ ਰਲ ਗੱਡਤਾ ਹੋ ਰਹੀ ਹੈ। ਇਸ ਦੇ ਨਾਲ ਹੀ ਰਿਸ਼ਤਿਆਂ ਵਿਚਲੀ ਉਥਲ ਪੁਥਲਤਾ ਤੇ ਮਰੇ ਜਾਂ ਜਿਉਂਦੇ ਲੋਕਾਂ ਨਾਲ ਉਸਦੇ ਨਿਵੇ ਸੰਬੰਧ ਵੀ ਤਰਥੱਲੀ ਮਚਾ ਰਹੇ ਸਨ। ਉਮਰ ਦੇ ਇਸ ਪੜਾਅ ਉੱਤੇ ਉਹ ਕਈ ਸਾਲ ਪਹਿਲਾਂ ਮਰੀ ਆਪਣੀ ਭੈਣ ਨਿੰਦੀ ਮੈਨੂੰ ਸਮਝ ਕੇ ਆਪਣੀ ਅਧੂਰੀ ਰਹੀ ਇੱਛਾ ਜਤਲਾ ਰਹੀ ਸੀ। ਮੈਨੂੰ ਉਸਦੇ ਇਉਂ ਕਰਨ 'ਤੇ ਤਰਸ ਆ ਰਿਹਾ ਸੀ। ਉਹ ਪਾਕਿਸਤਾਨ ਦੀ ਕਿਸੇ ਆਪਣੀ ਰਸੋਈ ਦੀ ਕੰਧ ਵਿੱਚ ਲਿਪੇ ਗਹਿਣਿਆਂ ਦਾ ਕੁੱਜਾ ਉਮਰ ਦੇ ਦੁਪਹਿਰੇ ਰੱਖਿਆ ਮੈਨੂੰ ਪਟਿਆਲੇ ਜਾ ਕੇ ਤਲਾਸ਼ ਕਰਦੀ ਇੱਥੇ ਅਮਰੀਕਾ ਵਸਦੇ ਬੱਚਿਆਂ ਤੱਕ ਪੜਾ ਦੇਣ ਦਾ ਤਰਲਾ ਪਰੋਸ ਰਹੀ ਸੀ। ਇਸ ਬਜ਼ੁਰਗ ਮਾਂ ਨੇ ਨਾ ਚੱਜ ਨਾਲ ਕਦੇ ਖਾਧਾ ਨਾ ਹੰਢਾਇਆ, ਬਸ ਹੋਰਨਾਂ ਦੇ ਲੇਖੇ ਜੂਨ ਹੰਢਾ ਕੇ ਔਲਾਦ ਲਈ ਜਟਾਈ ਆਪਣੀ ਕਮਾਈ ਵੀ ਬੱਚਿਆਂ ਤੱਕ ਪੜਾ ਦੇਣ ਦੀ ਰੀਝ ਸੀਨੇ 'ਚ ਦਫਨ ਕਰੀ ਫਿਰਦੀ ਰਹੀ। ਕਿੰਨੇ ਲੋਕ ਇਉਂ ਖੁਰਲੀ ਤੋਂ ਖੇਤ ਤੱਕ ਦੀ ਵਾਟ ਨਾਪਦੇ ਸਾਹਾਂ ਦੀ ਪੂੰਜੀ ਖਰਚ ਲੈਂਦੇ ਹੋਣਗੇ। ਇਹ ਮਾਤਾ ਹੁਣ ਪਟਿਆਲੇ ਅਤੇ ਪਾਕਿਸਤਾਨ ਦੇ ਹੰਢਾਏ ਘਰਾਂ ਵਿੱਚ ਦੱਬੀਆਂ ਖਾਸ਼ਾਂ ਢੋਰੀ ਲੱਗਦੀ ਸੀ। ਮਨ ਦੀ ਛੱਤ ਤੋਂ ਕਿਰਦੀਆਂ ਯਾਦਾਂ ਦੀ ਮਿੱਟੀ ਹੇਠ ਹੀ ਬਾਤ ਪਾਈ ਜਾਂਦੀ ਹੈ। ਇਸ ਪਿੱਛੋਂ ਕੁਝ ਦਿਨ ਰਹਿ ਕੇ ਸੰਦੀਪ ਵਾਪਸ ਆਪਣੇ ਟਿਕਾਣੇ ਚਲੀ ਗਈ ਅਤੇ ਮੈਂ ਘਰ ਆ ਕੇ ਉਸ ਗੋਰੀ ਦੀ ਤੁਲਨਾ ਸੰਦੀਪ ਦੀ ਸੱਸ ਨਾਲ ਕਰਦੀ ਰਹੀ। ਮੇਰੇ ਘਰ ਦੇ ਬੈਕਯਾਰਡ ਵਿੱਚ ਛੁੱਟੀ ਵਾਲੇ ਦਿਨ ਮੇਰੇ ਪੋਤਿਆਂ ਕੋਲ ਕਈ ਦੋਸਤ ਆ ਜਾਂਦੇ, ਖੂਬ ਧਮੱਚੜ ਪਾਉਂਦੇ, ਆਪਸ ਵਿੱਚ ਗੁੱਥਮ ਗੁੱਥਾ ਹੁੰਦੇ, ਕਦੇ ਰਲ ਕੇ ਫੁੱਟਬਾਲ ਖੇਡਦੇ। ਉਹਨਾਂ ਦੇ ਕਈ ਝਗੜਿਆਂ ਵਿੱਚ ਮੈਂ ਵਿੱਚ ਵਿਚਾਲਾ ਕਰਦੀ, ਕਿਸੇ ਨੂੰ ਘੂਰਦੀ, ਕਿਸੇ ਨੂੰ ਪੁਚਕਾਰਦੀ। ਇੱਕ ਦਿਨ ਜਵਾਕਾਂ ਨੇ ਬਾਲ ਨੂੰ ਠੇਡਾ ਲਾ ਕੇ ਕੰਧ ਟਪਾ ਦਿੱਤੀ। ਬਾਲ ਗੋਰੀ ਦੇ ਲਾਨ ਵਿੱਚ ਜਾ ਡਿੱਗੀ। ਮੈਨੂੰ ਤਾਂ ਬਸ ਬਹਾਨਾ ਮਿਲ ਗਿਆ। ਮੈਂ ਤਾਂ ਠੂਹ ਉਸ ਦੇ ਲਾਨ ਵਿੱਚ ਬਾਲ ਲੈਣ ਬਹਾਨੇ ਜਾ ਖੜੀ। ਪਹਿਲਾਂ ਤਾਂ ਮੈਂ ਸਰਫੇ ਨਾਲ ਜੋੜੀ ਇੰਗਲਿਸ਼ ਵਿੱਚ ਉਸ ਦਾ ਹਾਲ ਚਾਲ ਪੁੱਛਿਆ, ਫਿਰ ਜਵਾਕਾਂ ਦੀਆਂ ਸ਼ਰਾਰਤਾਂ ਦੀ ਮੁਆਫੀ ਮੰਗੀ, ਫਿਰ ਉਸ ਨੂੰ ਰੁੱਖ ਸਿਰ ਹੋਈ ਦੇਖ ਕੇ ਆਪਣੇ ਅੰਦਰੋਂ ਚਿਰਾਂ ਦਾ ਸੁਲਗਦਾ ਸਵਾਲ ਦਾਗ ਦਿੱਤਾ, ਬਟ ਅਬਾਊਟ ਯੂਅਰ ਕਿਡਸ ਮਸਟ ਬੀ ਗਰੋਨ ਅਪ। ਬਈ ਮਤਲਬ ਤੇਰੇ ਜਵਾਕਾਂ ਦਾ ਕੀ ਹਾਲ ਹੈ, ਹੁਣ ਤਾਂ ਜਵਾਨ ਹੋਣਗੇ। ਗੋਰੀ ਨੂੰ ਜਿਵੇਂ ਮੈਂ ਸਿਲੇਬਸ ਤੋਂ ਬਾਹਰਲਾ ਸਵਾਲ ਪੁੱਛ ਬੈਠੀ ਹੋਵਾਂ। ਉਸਨੇ ਮੋਢੇ ਤਾਂ ਨੂੰ ਚੁੱਕ ਕੇ ਦੋਵੇਂ ਹੱਥ ਮੂਹਰੇ ਨੂੰ ਖੋਲ ਕੇ ਬੜਾ ਬੇਟਵਾ ਜਿਹਾ ਜਵਾਬ ਦਿੱਤਾ, ਓ ਆਈ ਐਮ ਫਰੀ ਆਫ ਐਨੀ ਰਿਸਪੋਂਸਿਬਿਲਿਟੀ। ਟੂ ਰੇਜ਼ ਅ ਕਿਡ ਮੀਨਸ ਟੂ ਵੇਸਟ ਯੂਅਰ 25 years ਆਫ ਲਾਈਫ। ਮੈਂ ਇਹੋ ਜਿਹੀ ਜ਼ਿੰਮੇਵਾਰੀ ਤੋਂ ਮੁਕਤ ਹਾਂ ਕਹਿੰਦੀ। ਇੱਕ ਬੱਚਾ ਪਾਲ ਕੇ ਜਵਾਨ ਕਰਨ ਦਾ ਅਰਥ ਹੈ ਜ਼ਿੰਦਗੀ ਦੇ 25 ਸਾਲ ਬਰਬਾਦ ਕਰਨ ਬਰਾਬਰ ਹੈ। ਉਸ ਦਾ ਇੰਨਾ ਕੋਰਾ ਜਵਾਬ ਸੁਣ ਕੇ ਮੈਨੂੰ ਇੱਕ ਚੜ੍ਹੇ ਇੱਕ ਉਤਰੇ। ਫਿੱਟੇ ਮੂੰਹ, ਜਿਹੜੀ ਔਲਾਦ ਪਾਲਣੋਂ ਹੀ ਬਰਬਾਦ ਹੋਣਾ ਕਹੀ ਜਾਂਦੀ ਹੈ। ਜਿਸ ਗੋਰੀ ਦਾ ਸੱਖਣਾਪਣ ਦੇਖ ਮੈਂ ਉਸ ਟਾਹਣੀ ਉੱਤੇ ਕਰੂੰਬਲ ਦੇਖਣ ਦੀ ਗੱਲ ਤੋਰਦੀ ਰਹੀ, ਉਹ ਕਿੰਨੀ ਨਿਭਾਗੀ, ਕਿੰਨੀ ਖੁਦਗਰਜ਼, ਕਿੰਨੀ ਖਰਬੀ ਅਤੇ ਕਿੰਨੀ ਕੋਰੀ ਸੀ। ਇੱਥੇ ਅਸੀਂ ਬਿਨਾਂ ਕਿਸੇ ਗੱਲੋਂ ਮਾਰ ਲਟਾਪਿੰਗ ਹੋਈ ਜਾਂਦੇ ਹਾਂ। ਮੂੰਹ ਨੂੰ ਜਾਂਦੀ ਬੁਰਕੀ ਵੀ ਜਵਾਕ ਦੇ ਮੂੰਹ ਤੱਕ ਪੜਾ ਰਹੇ ਹੁੰਦੇ ਹਾਂ। ਕਈ ਮਾਪੇ ਤਾਂ ਬੱਚਿਆਂ ਨੂੰ ਇੰਨਾ ਮੋਹ ਕਰਦੇ ਨੇ ਵੀ ਬੱਚਾ ਕਿਤੇ ਸਾਹ ਲੈਂਦਾ ਨਾ ਔਖਾ ਹੋ ਜੇ, ਸਾਹ ਲੈਣ ਤੱਕ ਵੀ ਆਪ ਅੱਪੜਨਾ ਚਾਹ ਰਹੇ ਲੱਗਦੇ ਨੇ। ਉਸ ਦਿਨ ਗਈ ਰਾਤ ਤੱਕ ਮੈਂ ਸੌ ਨਾ ਸਕੀ। ਰਿਸ਼ਤਿਆਂ ਅਤੇ ਕਮਾਈਆਂ ਵਿਚਲਾ ਇਹ ਤਾਲਮੇਲ ਮੇਰੇ ਅੰਦਰੋਂ ਤਿੜਕ ਗਿਆ ਸੀ। ਮੇਰਾ ਪੁੱਤ ਮੈਨੂੰ ਵਾਰ-ਵਾਰ ਵਰਜਦਾ ਸੀ ਕਿ ਇੱਧਰ ਲੋਕ ਨਿੱਜ ਨੂੰ ਹੀ ਪਿਆਰ ਕਰਦੇ, ਆਪਣੀ ਜ਼ਿੰਦਗੀ ਮਰਜ਼ੀ ਨਾਲ ਢਾਲਦੇ ਨੇ, ਇਹ ਹੋਰਨਾਂ ਬਾਰੇ ਨਹੀਂ ਸੋਚਦੇ। ਮੈਂ ਸੋਚਦੀ ਰਹੀ, ਅਸੀਂ ਕਿਉਂ ਆਪਣਾ ਆਪਾ ਹੋਰਨਾਂ ਲੇਖੇ ਲਾ ਕੇ ਜੂਨ ਪਗਾ ਜਾਂਦੇ ਹਾਂ। ਕੀ ਮੇਰੇ ਬੱਚੇ ਵੀ ਇਸ ਸੋਚ ਨਾਲ ਸਹਿਮਤ ਹੋਣਗੇ ਜਾਂ ਮੇਰੇ ਪੋਤੇ ਵੀ ਇਹੀ ਰੰਗ ਫੜਨਗੇ? ਮੈਨੂੰ ਲੱਗਿਆ ਮੇਰੀਆਂ ਸੋਚਾਂ, ਮੇਰੀਆਂ ਰੀਝਾਂ ਅਤੇ ਮੇਰੀਆਂ ਖਾਹਿਸ਼ਾਂ ਵਿੱਚ ਇਸ ਗੋਰੀ ਨਸਲ ਦੀਆਂ ਇਹਨਾਂ ਮਨਮਰਜ਼ੀਆਂ ਵਿੱਚ ਇੱਕ ਵੱਡਾ ਪਾੜਾ ਪਿਆ ਹੋਇਆ ਸੀ, ਜੋ ਅਗਲੀਆਂ ਨਸਲਾਂ ਨੇ ਪੁਰ ਕਰਦਿਆਂ ਇੱਕੋ ਜਿਹਾ ਹੋ ਜਾਣਾ ਸੀ। ਨਸਲਾਂ, ਸੋਚਾਂ ਅਤੇ ਸੁਪਨਿਆਂ ਵਿਚਲੀ ਇਹ ਰਲ ਗੱਡਤਾ ਕੀ ਸਾਨੂੰ ਅਸਲੋਂ ਬੇਰੰਗ ਤਾਂ ਨਹੀਂ ਕਰ ਲਵੇਗੀ? ਮੈਂ ਸੋਚਦੀ ਹਾਂ, ਰੌਲਾ ਸਹੇ ਦਾ ਨਹੀਂ ਪਹੇ ਦਾ।